ਦੱਸਿਆ। ਅੱਛਾ ਜੀ। ਕਹਿੰਦੇ ਵੀ ਜਿਹੜੀ ਭੇਡ ਹੈ ਉਹ ਸ਼ੇਰ ਦਾ ਮੁਕਾਬਲਾ ਕਰ ਰਹੀ, ਵੀ ਸ਼ੇਰ ਨੂੰ ਡਰਾ ਰਹੀ ਹੈ। ਅੱਛਾ ਜੀ। ਮੈਂ ਆਖਿਆ ਵੀ ਇਹ ਜਗ੍ਹਾ ਜਿਹੜੀ ਆ ਵੀ ਬਹੁਤ ਸ਼ਕਤੀਸ਼ਾਲੀ ਹੈ, ਕਿਉਂ ਨਾ ਵੀ ਫਿਰ ਇੱਥੇ ਘਰ ਬਣਾਇਆ ਜਾਏ। ਉਹ ਦੇਖਿਆ ਵੀ ਫੌਜ ਜਿਹੜੀ ਸੀ ਉਹਦੀ ਵੀ ਨਿਸ਼ਾਨੇ ਲਾਉਂਦੀ, ਜਦੋਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਸਥਾਨ ਆ ਉਧਰਲੇ ਪਾਸੇ ਬਾਂਸ ਉੱਚੇ ਗੱਡ ਕਰਕੇ ਉੱਪਰ ਉਹਨਾਂ ਦੇ ਮਟਕੀਆਂ ਰੱਖ ਕੇ ਨਿਸ਼ਾਨੇ ਲਾਉਣੇ ਜੀ। ਉਸ ਪਾਸੇ ਨੂੰ ਜਦੋਂ ਫੌਜ ਨਿਸ਼ਾਨਾ ਲਾਉਂਦੀ ਆ ਨਿਸ਼ਾਨਾ ਨਹੀਂ ਸੀ ਲੱਗਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਇਤਿਹਾਸ ਪਿੰਡਾਂ ਤੇ ਸ਼ਹਿਰਾਂ ਦਾ। ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਅੱਜ ਅਸੀਂ ਆਏ ਹੋਏ ਹਾਂ ਪਟਿਆਲਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ੍ਹ ਵਿਖੇ, ਜਿੱਥੇ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਕਿ ਬਹਾਦਰਗੜ੍ਹ ਦੇ ਨਾਮ ਦੇ ਪਿੱਛੇ ਕੀ ਇਤਿਹਾਸ ਹੈ। ਸਾਡੇ ਨਾਲ ਜੁੜੇ ਹੋਏ ਨੇ ਬਾਬਾ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਾਨੂੰ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਦਰਸ਼ਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਅਵਤਾਰ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ। ਹੁਣ ਬਾਬਾ ਜੀ ਇਹ ਦੱਸੋ ਵੀ ਆਪਣੇ ਬਹਾਦਰਗੜ੍ਹ ਨਾਮ ਦੇ ਪਿੱਛੇ ਕੀ ਇਤਿਹਾਸ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ। ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਮੁਬਾਰਕ ਚਰਨ 2 ਵਾਰ ਪਏ। ਜੀ। ਇੱਥੋਂ ਦਾ ਨਵਾਬ ਸੈਫਦੀਨ ਸੀ, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਸ਼ਰਧਾਲੂ ਸੀ। ਸੈਫਦੀਨ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਨਾਲ ਜਦੋਂ ਪਹਿਲੀ ਮੁਲਾਕਾਤ ਹੁੰਦੀ ਹੈ ਜੀ। ਸੈਯਦ ਰੋਪੜੀ ਅਨੰਦਪੁਰ ਸਾਹਿਬ ਵਿਖੇ, ਉਹ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਦਰਸ਼ਨ ਕਰਦਾ ਹੈ। ਅੱਛਾ ਜੀ। ਔਰ ਉਹਨਾਂ ਦੀ ਸੰਗਤ ਕਰਦਿਆਂ ਫਿਰ ਸੈਫ ਖਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਦਰਸ਼ਨ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੇ। ਸੈਯਦ ਭੀਖਣ ਸ਼ਾਹ ਵਰਗੇ ਐਸੇ ਮਹਾਂਪੁਰਸ਼ਾਂ ਦੇ ਨਾਲ ਮਿਲ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਦਰਸ਼ਨ ਕੀਤੇ। ਅੱਛਾ ਜੀ। ਤੇ ਜਦੋਂ ਸਤਿਗੁਰੂ ਜੀ ਪੂਰਬ ਦੀ ਯਾਤਰਾ ਨੂੰ ਚੱਲੇ ਨੇ ਸ੍ਰੀ ਅਨੰਦਪੁਰ ਸਾਹਿਬ ਨਗਰ ਵਸਾ ਕਰਕੇ, ਜੀ। ਇਸ ਸਥਾਨ ਤੇ ਵੱਖ-ਵੱਖ ਪਿੰਡਾਂ ਵਿੱਚੋਂ ਦੀ ਵਿਚਰਦਿਆਂ ਹੋਇਆਂ ਮਹਾਰਾਜ ਜੀ ਇੱਥੇ ਗੁਰਦੁਆਰਾ ਸਾਹਿਬ, ਜਿੱਥੇ ਅੱਜ ਕੱਲ੍ਹ ਸੁਭਾਇਮਾਨ ਹੈ, ਇੱਥੇ ਪੰਚਵੱਟੀ ਬਾਗ ਪਹਿਲਾਂ ਬਣਿਆ ਹੋਇਆ ਸੀ। ਅੱਛਾ ਜੀ। ਸਤਿਗੁਰੂ ਜੀ ਇਸ ਸਥਾਨ ਤੇ ਆ ਕੇ ਸੁਭਾਇਮਾਨ ਹੋਏ। ਸੈਫਦੀਨ ਨੂੰ ਪਤਾ ਲੱਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਨਾਲ। ਉਸ ਟਾਈਮ ਜਦੋਂ ਬਾਬਾ ਜੀ ਇੱਥੇ ਆਏ ਸੀ, ਉਸ ਟਾਈਮ ਇਸ ਜਗ੍ਹਾ ਦਾ ਕੀ ਨਾਮ ਹੁੰਦਾ ਸੀ? ਪਹਿਲਾਂ ਇਹਨੂੰ ਸੈਫਾਬਾਦ ਕਿਹਾ ਜਾਂਦਾ ਸੀ। ਅੱਛਾ ਜੀ। ਇਸ ਸਥਾਨ ਦਾ ਪਹਿਲਾ ਨਾਮ ਸੈਫਾਬਾਦ ਸੀ। ਸੈਫਦੀਨ ਨੇ ਹੀ ਇਹ ਜਿਹੜਾ ਇਲਾਕਾ ਸੀ ਉਹ ਆਬਾਦ ਕੀਤਾ ਸੀ। ਠੀਕ ਹੈ ਜੀ। ਇੱਥੋਂ ਦਾ ਨਵਾਬ ਉਹਨੂੰ ਥਾਪਿਆ ਗਿਆ। ਪਹਿਲਾਂ ਉਹ ਕਸ਼ਮੀਰ ਦਾ ਗਵਰਨਰ ਵੀ ਰਹਿ ਚੁੱਕਿਆ। ਕਈ ਥਾਵਾਂ ਤੇ ਹੈਦਰਾਬਾਦ, ਵੱਖ-ਵੱਖ ਥਾਵਾਂ ਤੇ ਉਹਨੇ ਗਵਰਨਰ ਦੇ ਤੌਰ ਤੇ ਜਿਹੜੀ ਆ ਸਰਕਾਰੀ ਨੌਕਰੀ ਕੀਤੀ ਜੀ। ਤੇ ਬੜਾ ਹੀ ਨੇਕ ਦਿਲ ਇਨਸਾਨ ਸੀ। ਇਸ ਕਰਕੇ ਜਦੋਂ ਇਫਤਿਆਰ ਖਾਨ ਨੂੰ ਕਸ਼ਮੀਰ ਦਾ ਸੂਬਾ ਲਾਇਆ, ਉਹਦੇ ਤੋਂ ਪਹਿਲਾਂ ਨਵਾਬ ਸੈਫ ਖਾਂ ਹੀ ਉੱਥੋਂ ਦਾ ਸੀਗਾ, ਕਸ਼ਮੀਰ ਦਾ ਸੂਬਾ। ਅੱਛਾ ਜੀ। ਫਿਰ ਉਹਨਾਂ ਨੂੰ ਇੱਥੇ ਥੋੜ੍ਹਾ ਜਿਹਾ ਇਲਾਕਾ ਦੇ ਕਰਕੇ ਇੱਥੋਂ ਦਾ ਨਵਾਬ ਸਥਾਪਿਤ ਕਰਕੇ ਇੱਥੇ ਹੀ ਰਹਿਣ ਵਾਸਤੇ ਜਿਹੜੀ ਪੈਨਸ਼ਨ ਸੀ ਉਹਨਾਂ ਦੀ ਮੁਕਰਰ ਕਰ ਦਿੱਤੀ ਗਈ। ਠੀਕ ਹੈ ਜੀ। ਫਿਰ ਇੱਥੇ ਹੀ ਉਹ ਸੈਫਾਬਾਦ ਵਿਖੇ ਹੀ ਸੈਫ ਖਾਂ ਰਹਿੰਦੇ ਸਨ। ਤੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ, ਮਹਾਰਾਜ ਜੀ ਘੋੜੇ ਤੇ ਸਵਾਰ ਸੀ ਉਦੋਂ, ਜੀ। ਔਰ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅੱਛਾ ਜੀ। ਤੇ ਰਵਾਬੀ ਭਾਈ ਨੱਥੂ ਰਾਮ, 300 ਸਿੱਖਾਂ ਦਾ ਜਥਾ ਮਹਾਰਾਜਿਆਂ ਦੇ ਨਾਲ ਚੱਲਦਾ ਸੀ। ਠੀਕ ਹੈ ਜੀ। ਗੁਰੂ ਸਾਹਿਬ ਜੀ ਘੋੜੇ ਤੋਂ ਉਤਰਨ ਲੱਗੇ ਤੇ ਸੈਫ ਖਾਂ ਨੇ ਘੋੜੇ ਤੋਂ ਉਤਰ ਨਹੀਂ ਦਿੱਤਾ ਮਹਾਰਾਜਿਆਂ ਨੂੰ। ਇਸੇ ਤਰ੍ਹਾਂ ਵਾਂਗਾ ਫੜ ਕੇ ਘੋੜੇ ਦੀਆਂ ਆਪਣੇ ਮਹਿਲਾਂ ਵਿੱਚ ਲੈ ਕੇ ਗਿਆ। ਅੱਛਾ ਜੀ। ਬੜੀ ਸੁੰਦਰ ਅੰਦਰ ਮਸੀਤ ਬਣੀ ਹੋਈ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਾਸਤੇ ਸੈਫ ਖਾਂ ਨੇ ਬੜਾ ਸੁੰਦਰ ਘਰ ਬਣਾਇਆ, ਕਮਰੇ ਤਿਆਰ ਕੀਤੇ ਕਿ ਮਹਾਰਾਜ ਜੀ ਆਉਣਗੇ, ਅੱਛਾ ਜੀ। ਇਹਨਾਂ ਕਮਰਿਆਂ ਦੇ ਵਿੱਚ ਸਤਿਗੁਰੂ ਜੀ ਚਰਨ ਪਾਉਣਗੇ। ਠੀਕ ਹੈ ਜੀ। ਜਦੋਂ ਸਤਿਗੁਰੂ ਜੀ ਆਏ, ਦੇਖਿਆ ਮਹਾਰਾਜ ਜੀ ਦੀ ਮਸੀਤ ਬੜੀ ਸੋਹਣੀ ਬਣੀ ਹੋਈ ਹੈ ਤੇ ਪੁੱਛਿਆ ਸੈਫ ਖਾਂ ਨੂੰ ਵੀ, ਇਹ ਕਹਿਣ ਲੱਗੇ ਜੀ ਇਹ ਖੁਦਾ ਦਾ ਘਰ ਹੈ। ਮਹਾਰਾਜ ਜੀ ਕਹਿਣ ਲੱਗੇ ਬੜਾ ਸੁੰਦਰ ਬਣਿਆ ਹੋਇਆ, ਵੀ ਆਪਾਂ ਇੱਥੇ ਬੈਠ ਜਾਂਦੇ ਤੇ ਵੱਖਰੀ ਥਾਂ ਤੇ ਬਹਿਣ ਦੀ ਕੀ ਲੋੜ ਸੀ। ਜੀ ਜੀ। ਕਹਿਣ ਲੱਗਾ ਨਹੀਂ ਮਹਾਰਾਜ, ਆਪ ਜੀ ਉੱਥੇ ਗ੍ਰਹਿ ਵਿਖੇ ਚਰਨ ਪਾਓ। ਫਿਰ ਸਤਿਗੁਰੂ ਜੀ 9 ਦਿਨ ਇਸ ਸਥਾਨ ਤੇ ਰਹੇ ਔਰ 9 ਦਿਨ ਰਹਿ ਕਰਕੇ ਫਿਰ ਮਹਾਰਾਜ ਜੀਆਂ ਨੂੰ ਮਾਤਾ ਗੁਜਰੀ ਜੀ ਵਾਸਤੇ ਬੜੇ ਸੁੰਦਰ ਵਸਤਰ, ਮਾਤਾ ਨਾਨਕੀ ਜੀ ਵਾਸਤੇ ਰਥ ਜਿਹੜਾ ਸੀ ਸੈਫਦੀਨ ਨੇ ਤਿਆਰ ਕਰਵਾ ਕਰਕੇ, ਗੁਰੂ ਸਾਹਿਬ ਜੀ ਵਾਸਤੇ ਘੋੜਾ, ਜੀ। ਇਸ ਤਰ੍ਹਾਂ ਬਹੁਤ ਸਾਰੀਆਂ ਬਹੁਮੁੱਲੀਆਂ ਭੇਟਾਵਾਂ ਸੈਫ ਖਾਂ ਨੇ ਭੇਟ ਕੀਤੀਆਂ। ਤੇ ਮਹਾਰਾਜ ਜੀਆਂ ਦੇ ਚਰਨਾਂ 'ਚ ਬੇਨਤੀ ਕਰਦਾ, ਸਤਿਗੁਰੂ ਜੀ ਮੈਨੂੰ ਵੀ ਕੋਈ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਜੀ। ਸਤਿਗੁਰਾਂ ਨੇ ਕਿਹਾ ਵੀ ਸਦਾ ਹੀ ਮਨ ਨੀਵਾਂ ਰੱਖਣਾ, ਅੱਲਾ ਨੂੰ ਯਾਦ ਰੱਖਣਾ, ਫਕੀਰ ਦੀ ਸੇਵਾ ਕਰਨੀ, ਜੀ। ਸਦਾ ਹੀ ਤੁਹਾਡੇ ਹਿਰਦੇ ਅੰਦਰ ਆਨੰਦ ਬਣਿਆ ਰਹੇਗਾ।
तो सतगुरु जी उपदेश दे करके फिर इस स्थान तो रवाना होए अगे पूर्व पटना साहिब की यात्रा महाराज जी आसाम तक फिर यात्रा करके अच्छा जी। फिर सतगुरु जी जदों वापस आनंदपुर साहिब विखे आए उस स्थान ते उदों कश्मीरी पंडितां ते जिहड़ा हिंदू धर्म ते बहुत जुल्म हो रहा सी। औरंगजेब बादशाह उदों दिल्ली के तख्त ते बैठा है, जी ਉਹਦਾ ਮਨਸੂਬਾ ਸੀ ਕਿ ਇੱਕੋ ਹੀ ਜਿਹੜਾ ਧਰਮ ਹੈ ਇਸਲਾਮ ਧਰਮ ਹੈ ਦੁਨੀਆ ਦੇ ਵਿੱਚ ਇਸੇ ਨੂੰ ਫੈਲਾਵਾਂ, ਕੋਈ ਹੋਰ ਧਰਮ ਜਿਹੜਾ ਮੈਂ ਰਹਿਣ ਨਹੀਂ ਦੇਣਾ ਸੰਸਾਰ ਤੇ। ਜੀ ਹਿੰਦੂਆਂ ਦਾ ਜਿਹੜਾ ਜ਼ਬਰਦਸਤੀ ਉਹਨਾਂ ਦੇ ਜਨੇਊ ਲਾਏ ਜਾ ਰਹੇ ਸਨ ਜੀ ਔਰ ਉਹਨਾਂ ਦਾ ਜਿਹੜਾ ਤਿਲਕ ਜੰਜੂ ਜਿਹੜਾ ਹੈ ਉਹ ਪੁੰਝਿਆ ਜਾ ਰਿਹਾ ਜੀ। ਤੋ ਕਸ਼ਮੀਰ ਤੋਂ ਇਹਨਾਂ ਦੀ ਸ਼ੁਰੂਆਤ ਹੋਈ ਕਿਉਂਕਿ ਉੱਥੇ ਪੰਡਤਾਂ ਦਾ ਜਿਹੜਾ ਗੜ੍ਹ ਸੀ। ਜੀ ਫਿਰ ਉੱਥੇ ਉਹਨੂੰ ਇਫਤਿਆਰ ਖਾਨ ਨੂੰ ਇਹਨੇ ਗਵਰਨਰ ਥਾਪਿਆ ਸ਼ੇਰ ਅਫਗਾਨ ਦੀ ਆਬਾਦੀ ਦੇ ਕਰਕੇ। ਅੱਛਾ ਜੀ। ਤੇ 6 ਮਹੀਨਿਆਂ ਦਾ ਕਿਰਪਾ ਰਾਮ ਪੰਡਤ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਸਮਾਂ ਮੰਗਿਆ ਵੀ ਸਾਨੂੰ ਕੁਝ ਕੁ ਸਮਾਂ ਦਿਓ, ਠੀਕ ਹੈ ਜੀ। ਅਸੀਂ ਕੋਈ ਚਾਰਾ ਕਰ ਸਕੀਏ। ਵੱਖ-ਵੱਖ ਧਾਰਮਿਕ ਸਥਾਨ ਜਿੰਨੇ ਹਿੰਦੂ ਧਰਮ ਦੇ ਮੁੱਖ ਸਥਾਨ ਸਨ ਉੱਥੇ ਉਹ ਗਏ ਵੀ, ਠੀਕ ਹੈ ਜੀ। ਪਰ ਕਿਤੋਂ ਵੀ ਉਹਨਾਂ ਨੂੰ ਖੈਰਾਤ ਨਹੀਂ ਮਿਲੀ। ਫਿਰ ਆਖਰਕਾਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਦਰ ਤੇ ਆਏ। ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਤੇ ਸੁਭਾਇਮਾਨ ਸਨ ਜੀ। ਫਿਰ ਉੱਥੇ ਆ ਕਰਕੇ ਜਦੋਂ ਬੇਨਤੀ ਕੀਤੀ ਕਸ਼ਮੀਰੀ ਪੰਡਤਾਂ ਨੇ, ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਤੇ ਰਹਿਮ ਕਰੋ, ਸਾਡਾ ਡੁੱਬਦਾ ਹੋਇਆ ਧਰਮ ਖਤਰੇ ਵਿੱਚ ਹੈ, ਆਪ ਜੀ ਕਿਰਪਾ ਕਰਕੇ ਔਰੰਗਜ਼ੇਬ ਦੇ ਜ਼ੁਲਮ ਨੂੰ ਠੱਲ ਪਾ ਕਰਕੇ ਇਸ ਹੜ੍ਹ ਨੂੰ ਤੁਸੀਂ ਰੋਕ ਸਕਦੇ ਹੋ। ਜੀ ਜਦੋਂ ਵਾਰਤਾਲਾਪ ਹੋ ਰਹੀ ਹੈ 9 ਮਹੀਨਿਆਂ ਸਾਲਾਂ ਦੀ ਉਮਰ ਹੈ ਸ੍ਰੀ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ। ਬਾਲਕ ਗੋਬਿੰਦ ਰਾਏ ਜੀ ਖੇਡਦਿਆਂ ਹੋਇਆਂ ਜਦੋਂ ਆਏ, ਪੁੱਛਿਆ ਕਸ਼ਮੀਰੀ ਪੰਡਤ ਜਿਨ੍ਹਾਂ ਦੇ ਨੇਤਰਾਂ ਵਿੱਚ ਹੱਥਰੂ ਹਨ ਔਰ ਪੁੱਛਿਆ ਵੀ ਇਹ ਕੀ ਕਾਰਨ ਹੈ, ਕਿਉਂ ਰੋਂਦੇ ਨੇ ਤੇ ਵੈਰਾਗ ਵਿੱਚ ਕਿਉਂ ਨੇ। ਜੀ ਜੀ ਜੀ। ਤੇ ਮਹਾਰਾਜ ਜੀ ਕਹਿਣ ਲੱਗੇ ਵੀ ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਕੋਈ ਮਹਾਪੁਰਸ਼ ਆਪਣੇ ਸੀਸ ਦੀ ਸ਼ਹਾਦਤ ਦੇਵੇ, ਬਲੀਦਾਨ ਦੇਵੇ, ਤਾਂ ਕਰਕੇ ਇਹਨਾਂ ਦਾ ਧਰਮ ਜਿਹੜਾ ਹੈ ਉਹ ਬਚਾਇਆ ਜਾ ਸਕਦਾ ਹੈ। ਜੀ। ਬਾਲਕ ਗੋਬਿੰਦ ਰਾਏ ਜੀ ਕਹਿਣ ਲੱਗੇ ਮਹਾਰਾਜ ਵੀ ਤੁਹਾਡੇ ਤੋਂ ਵੱਡਾ ਪਰਉਪਕਾਰੀ ਔਰ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ, ਤੋ ਤੁਸੀਂ ਆਪ ਜੀ ਇਹਨਾਂ ਦੇ ਧਰਮ ਦੀ ਰੱਖਿਆ ਕਰੋ। ਜੀ। ਫਿਰ ਉਦੋਂ ਸਤਿਗੁਰੂ ਜੀ ਸਤਿਗੁਰਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਵੀ ਤਿਆਰ ਸਨ ਕਿ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਮਹਾਰਾਜ ਜੀਆਂ ਨੇ ਸਭਨਾਂ ਨੂੰ ਵਰਜ ਦਿੱਤਾ। ਉਸ ਵੇਲੇ 5 ਸਿੱਖਾਂ ਨੂੰ ਨਾਲ ਲੈ ਕੇ ਦੀਵਾਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ, ਭਾਈ ਉਹਦਾ ਜੀ, ਭਾਈ ਗੁਰਦਿੱਤਾ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ 5 ਸਿੱਖਾਂ ਨੂੰ ਨਾਲ ਲੈ ਕਰਕੇ ਮਹਾਰਾਜ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਸਤਿਗੁਰੂ ਜੀ ਫਿਰ ਇਸ ਸਥਾਨ ਤੇ ਆ ਕੇ ਜਦੋਂ ਵਿਰਾਜਮਾਨ ਹੋਏ ਜੀ, ਉਦੋਂ ਸਤਿਗੁਰੂ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਚੱਲੇ ਨੇ ਸਨ 1632 ਬਿਕਰਮੀ ਨੂੰ ਮਹਾਰਾਜ 1675 ਈਸਵੀ ਨੂੰ ਸਤਿਗੁਰੂ ਜੀ ਆਨੰਦਪੁਰ ਸਾਹਿਬ ਤੋਂ ਚੱਲੇ। ਅੱਛਾ ਜੀ। ਇਸ ਸਥਾਨ ਤੇ ਆ ਕੇ ਜਦੋਂ ਵਿਰਾਜਮਾਨ ਹੋਏ ਸਤਿਗੁਰੂ ਜੀ ਉਦੋਂ 15 ਹਾੜ ਦਾ 16 ਹਾੜ ਦਾ ਦਿਨ ਸੀ। ਅੱਛਾ ਜੀ। ਤੇ ਸਤਿਗੁਰੂ ਜੀ ਇਸ ਸਥਾਨ ਜਦੋਂ ਤੇ ਸੈਕਿੰਡ ਟਾਈਮ ਦੁਬਾਰਾ ਇੱਥੇ ਆਏ, ਜਦੋਂ ਆਏ ਨੇ ਸ਼ਾਦ ਦੇ ਵੇਲੇ ਸਨ 1675 ਸੰਮਤ ਬਿਕਰਮੀ 1732 ਬਿਕਰਮੀ ਨੂੰ ਸਤਿਗੁਰੂ ਜੀ 15 ਹਾੜ ਵਾਲੇ ਦਿਨ ਇਸ ਸਥਾਨ ਤੇ ਆ ਕੇ ਵਿਰਾਜਮਾਨ ਹੋਏ ਜੀ। ਤੋ ਸੈਫ ਖਾਨ ਫਿਰ ਮਹਾਰਾਜ ਜੀਆਂ ਦੇ ਚਰਨਾਂ 'ਚ ਜਾ ਕੇ ਬੇਨਤੀ ਕਰਦਾ, ਸਤਿਗੁਰੂ ਜੀ ਮਹਿਲਾਂ ਵਿਖੇ ਚਰਨ ਪਾਓ। ਸਤਿਗੁਰਾਂ ਨੇ ਬਾਹਰ ਅਸਥਾਨ ਰੱਖਿਆ, ਜਿੱਥੇ ਅਸਥਾਨ ਬਣਿਆ ਹੋਇਆ ਆਸਣ ਸਤਿਗੁਰਾਂ ਦਾ ਉੱਥੇ ਹੀ ਸੀ ਜੀ। ਫਿਰ ਸਤਿਗੁਰੂ ਜੀ ਸੈਫ ਖਾਨ ਦੇ ਘਰੇ ਵੀ ਆਉਂਦੇ ਔਰ ਬੜੀ ਭਾਵਨਾ ਦੇ ਨਾਲ ਇਲਾਕੇ ਦੀਆਂ ਸੰਗਤਾਂ ਨੇ ਫਿਰ ਕਿਉਂਕਿ ਮਹਾਰਾਜ ਜੀਆਂ ਨੂੰ ਬੇਨਤੀ ਕਰਦੇ, ਸਤਿਗੁਰੂ ਜੀ ਹੁਣ ਚਮਾਸਾ ਜਿਹੜਾ ਹੈ ਬਰਸਾਤਾਂ ਦਾ ਮੌਸਮ ਹੈ ਵੀ ਉਹ ਸ਼ੁਰੂ ਹੋਣ ਵਾਲਾ ਹੈ, ਆਪ ਜੀ ਕਿਰਪਾ ਕਰੋ, ਕਿਉਂਕਿ ਜੰਗਲ ਦਾ ਇਲਾਕਾ ਸੀ, ਸਾਰਾ ਰੋਹੀ ਸੀਗੀ ਜੀ, ਵੀ ਪਾਣੀ ਭਰ ਜਾਂਦਾ ਇਲਾਕੇ ਦੇ ਵਿੱਚ, ਤੁਸੀਂ ਇੱਥੇ ਹੀ ਰਹੋ, ਚਮਾਸਾ ਸਾਰਾ ਇੱਥੇ ਹੀ ਕੱਟਿਓ ਵੀ ਕਿਲੇ ਦੇ ਅੰਦਰ ਰਹੋ। ਹਾਂ, ਬਾਹਰਲੇ ਪਾਸੇ ਜਿਹੜਾ ਸਥਾਨ ਬਣਿਆ ਹੋਇਆ। ਅੱਛਾ ਜੀ। ਮਹਾਰਾਜ ਜੀ ਫਿਰ ਇਸੇ ਸਥਾਨ ਤੇ ਹੀ ਤਕਰੀਬਨ 3 ਮਹੀਨੇ 2 ਦਿਨ ਦਾ ਸਮਾਂ ਸਾਰਾ ਚਮਾਸਾ ਜਿਹੜਾ 1700 ਤੱਕ, ਅੱਛਾ ਜੀ, 16 ਹਾੜ ਨੂੰ ਸਤਿਗੁਰੂ ਜੀ ਆਏ ਔਰ 1700 ਤੱਕ ਸਤਿਗੁਰੂ ਜੀ ਇੱਥੇ ਸੁਭਾਇਮਾਨ ਰਹੇ। ਠੀਕ ਹੈ ਜੀ। ਔਰ 3 ਮਹੀਨੇ 2 ਦਿਨ ਦਾ ਸਮਾਂ ਬਣਦਾ ਹੈ। ਸੰਗਤਾਂ ਮਹਾਰਾਜ ਜੀਆਂ ਦੇ ਆ ਕੇ ਦਰਸ਼ਨ ਕਰਦੀਆਂ, ਇੱਥੇ ਰਹਿੰਦਿਆਂ ਹੋਇਆਂ ਮਹਾਰਾਜ ਜੀ ਨੇੜੇ ਨੇੜੇ ਦੇ ਪਿੰਡਾਂ ਦੇ ਵਿੱਚ ਸਤਿਗੁਰਾਂ ਦੇ ਚਰਨ ਵੀ ਪਏ। ਫਿਰ ਸਤਿਗੁਰੂ ਜੀ ਇਸ ਸਥਾਨ ਤੇ ਲੰਮਾ ਸਮਾਂ ਰਹਿ ਕਰਕੇ ਫਿਰ ਸ਼ਹਾਦਤ ਦੇਣ ਵਾਸਤੇ ਮਹਾਰਾਜ ਜੀ ਇੱਥੋਂ ਫਿਰ ਰਵਾਨਗੀ ਹੁੰਦੀ। ਅੱਛਾ ਜੀ। ਤੇ ਇਲਾਕੇ ਦੀਆਂ ਸੰਗਤਾਂ ਨੇ ਬੜਾ ਪ੍ਰੇਮ ਕੀਤਾ। ਫਿਰ ਇੱਥੋਂ ਸਤਿਗੁਰੂ ਜੀ ਪਟਿਆਲੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਸਥਾਨ ਬਣਿਆ ਹੋਇਆ ਜੀ। ਫਿਰ ਸਮਾਣਾ, ਫਿਰ ਘਰਾਲੀ ਸਾਹਿਬ, ਵੱਖ-ਵੱਖ ਸ਼ਹਿਰਾਂ ਨਗਰਾਂ 'ਚ ਹੁੰਦਿਆਂ ਆਗਰੇ ਤੋਂ ਮਹਾਰਾਜ ਜੀਆਂ ਦੀ ਫਿਰ ਗ੍ਰਿਫਤਾਰੀ ਹੁੰਦੀ। ਅੱਛਾ ਜੀ। ਇਸ ਸਥਾਨ ਦਾ ਜਿਹੜਾ ਨਾਮ ਹੈ
ਸੈਫ ਖਾਨ ਦੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਸ਼ਹਾਦਤ ਹੋਈ 40 ਦਿਨ ਸੈਫ ਖਾਨ ਬੜੇ ਵੈਰਾਗ ਵਿੱਚ ਰਿਹਾ। ਉਹਨੇ ਕਾਲੇ ਵਸਤਰ ਧਾਰਨ ਕਰਕੇ ਰੱਖੇ। ਅੱਛਾ ਜੀ। ਉਹਦੇ ਮਨ ਨੂੰ ਬੜੀ ਸੱਟ ਲੱਗੀ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਜਿਹੜਾ ਮਹਾਨ ਪਰਉਪਕਾਰ ਕੀਤਾ ਹੈ, ਕਿਉਂਕਿ ਔਰੰਗਜ਼ੇਬ ਨੇ ਚੰਗਾ ਨਹੀਂ ਕੀਤਾ ਹੈ। ਜੀ ਜੀ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਅਨੇਕਾਂ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਫਕੀਰ ਸਨ ਜਿਨ੍ਹਾਂ ਦਾ ਉਹਨੇ ਕਤਲ ਕੀਤਾ ਹੈ ਜੀ। ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਸ਼ਹਾਦਤ ਹੋਈ। 40 ਦਿਨ ਜਿਹੜਾ ਸੀ ਉਹ ਵੈਰਾਗ ਵਿੱਚ ਰਿਹਾ ਸੈਫ ਖਾਨ। ਅੱਛਾ ਜੀ। ਫਿਰ ਸੈਫ ਖਾਨ ਦੇ ਇੱਥੇ ਹੀ ਉਹਨਾਂ ਦੀ ਜਿਹੜੀ ਕਬਰ ਬਣੀ ਹੋਈ ਹੈ, ਇੱਥੇ ਉਹਨਾਂ ਨੇ ਆਪਣਾ ਸਰੀਰ ਤਿਆਗਿਆ। ਅੱਛਾ ਜੀ। ਫਿਰ ਉਹਨਾਂ ਦੇ ਪਰਿਵਾਰ ਦੇ ਕੋਲੋਂ ਮਹਾਰਾਜਾ ਅਮਰ ਸਿੰਘ ਨੇ ਇਹ ਜਿਹੜੀ ਜਗ੍ਹਾ ਸੀ ਉਹ ਲਈ। ਉਹਨਾਂ ਨੂੰ ਸ਼ੇਖਪੁਰਾ ਪਿੰਡ ਹੈ ਯੂਨੀਵਰਸਿਟੀ ਦੇ ਨਾਲ ਹੀ, ਉਹਨਾਂ ਦੇ ਪਰਿਵਾਰ ਨੂੰ ਉੱਥੇ ਜਗ੍ਹਾ ਦੇ ਕਰਕੇ ਇੱਥੇ ਫਿਰ ਜਿਹੜਾ ਮਹਾਰਾਜਾ ਅਮਰ ਸਿੰਘ ਨੇ ਕਿਲ੍ਹਾ ਬਣਾਉਣਾ ਆਰੰਭ ਕੀਤਾ। ਅੱਛਾ ਜੀ। ਔਰ ਉਹਦੇ ਤੋਂ ਬਾਅਦ ਫਿਰ ਮਹਾਰਾਜਾ ਕਰਮ ਸਿੰਘ ਬਣੇ ਤੇ ਉਹਨਾਂ ਨੇ ਫਿਰ ਇਹ ਜਿਹੜਾ ਕਿਲ੍ਹਾ ਸੀ ਉਹ ਸੰਪੂਰਨ ਕਰਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਅਸਥਾਨ ਜਿੱਥੇ ਬਾਬਾ ਦੁੱਧਾ ਧਾਰੀ ਜੀ ਸੇਵਾ ਕਰਦੇ ਹੁੰਦੇ ਸਨ, ਜੀ। ਉਹ ਆਏ ਉਹਨਾਂ ਦੇ ਦਰਸ਼ਨ ਕਰਨ ਵਾਸਤੇ। ਮਹਾਰਾਜਾ ਕਰਮ ਸਿੰਘ ਜੀ ਇੱਕ ਦਿਨ ਦੇਖੇ ਮਹਾਰਾਜ ਜੀਆਂ ਦੇ ਅਸਥਾਨ ਦੇ ਵੀ ਦਰਸ਼ਨ ਕੀਤੇ। ਉਦੋਂ ਕੱਲਾ ਥੜਾ ਤੇ ਖੂਹੀ ਬਣੀ ਹੋਈ ਸੀ। ਅੱਛਾ ਜੀ। ਜਦੋਂ ਮਹਾਰਾਜ ਜੀ ਨਵਾਬ ਸੈਫ ਖਾਨ ਦੇ ਵੇਲੇ ਇੱਥੇ ਆਏ, ਨਵਾਬ ਸੈਫ ਖਾਨ ਨੇ ਮਹਾਰਾਜ ਜੀਆਂ ਦੀ ਯਾਦ ਦੇ ਵਿੱਚ ਜਿੱਥੇ ਸਤਿਗੁਰੂ ਜੀ ਬੈਠੇ ਉੱਥੇ ਬੜਾ ਸੁੰਦਰ ਥੜਾ ਬਣਾਇਆ ਅੱਛਾ ਔਰ ਜੀ। ਨਾਲ ਹੀ ਖੂਹੀ ਬਣਾਈ। ਅੱਛਾ ਜੀ। ਤੇ ਮਹਾਰਾਜਾ ਕਰਮ ਸਿੰਘ ਵੀ ਦਰਸ਼ਨ ਕਰਨ ਵਾਸਤੇ ਆਇਆ ਤੇ ਮਹਾਂਪੁਰਸ਼ਾਂ ਨੇ ਕਿਹਾ ਵੀ ਅਸੀਂ ਲੱਖ ਰੁਪਇਆ ਦੇਖਣਾ ਹੈ। ਅੱਛਾ ਜੀ। ਤੇ ਮਹਾਰਾਜਾ ਕਰਮ ਸਿੰਘ ਨੇ ਮਹਾਰਾਜਾ ਕਰਮ ਸਿੰਘ ਮਹਾਰਾਜਾ ਕਹਿੰਦੇ। ਕਰਮ ਸਿੰਘ ਨੂੰ ਤੇ ਜੀ। ਉਹਨਾਂ ਨੇ ਫਿਰ ਲੱਖ ਰੁਪਇਆ ਜਿਹੜਾ ਸੀ ਉਹ ਮੋਹਰਾਂ ਮੰਗਾਈਆਂ, ਸ਼ਰਫੀਆਂ ਲਿਆ ਕੇ ਜਦੋਂ ਉਹਨਾਂ ਨੇ ਦਿਖਾਈਆਂ, ਜੀ। ਕਹਿੰਦੇ ਵੀ ਇਸ ਤਰ੍ਹਾਂ ਦਾ ਹੁੰਦਾ। ਕਹਿੰਦੇ ਵੀ ਸਾਡੇ ਤਾਂ ਹੁਣ ਕੰਮ ਦਾ ਨਹੀਂ, ਅਸੀਂ ਤਾਂ ਦੇਖਣਾ ਹੀ ਸੀ ਵੀ ਭਾਈ ਇਹਨੂੰ ਆਪਦਾ ਵਾਪਸ ਲੈ ਜਾ। ਜੀ। ਕਹਿਣ ਲੱਗਾ ਨਹੀਂ ਮਹਾਰਾਜ ਵੀ ਇਹ ਤਾਂ ਤੁਹਾਡੀ ਸੇਵਾ ਵਿੱਚ ਆ ਗਿਆ ਤੇ ਇਹ ਹੁਣ ਮੈਂ ਨਹੀਂ ਲੈ ਕੇ ਜਾਣਾ ਵਾਪਸ। ਜੀ। ਕਹਿਣ ਲੱਗੇ ਫਿਰ ਇੱਥੇ ਮਹਾਰਾਜ ਜੀਆਂ ਦਾ ਸਥਾਨ ਬਣਾ। ਜੀ। ਪਹਿਲਾਂ ਕੱਲਾ ਥੜਾ ਹੀ ਬਣਿਆ ਹੋਇਆ ਸੀ। ਹਾਂਜੀ। ਫਿਰ ਮਹਾਰਾਜਾ ਕਰਮ ਸਿੰਘ ਨੇ ਬਾਹਰਲੇ ਪਾਸੇ ਅਤੇ ਅੰਦਰਲੇ ਪਾਸੇ ਜਿਹੜਾ ਸੈਫ ਖਾਨ ਦਾ ਘਰ ਸੀ, ਜੀ। 2 ਅਸਥਾਨ ਬਣਾਏ ਮਹਾਰਾਜ ਜੀਆਂ ਦੀ ਯਾਦ ਦੇ ਵਿੱਚ। ਜੀ। ਤੇ ਇਸ ਅਸਥਾਨ ਦਾ ਨਾਂ ਸੈਫਾਬਾਦ ਸੀ। ਸੈਫਾਬਾਦ ਤੋਂ ਬਦਲ ਕਰਕੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਨਾਮ ਤੇ ਬਹਾਦਰਗੜ੍ਹ ਸਾਹਿਬ ਇਸ ਅਸਥਾਨ ਦਾ ਫਿਰ ਨਾਮ ਰੱਖਿਆ ਮਹਾਰਾਜ ਜੀਆਂ ਦੇ ਸਥਾਨ ਤੇ। ਹਾਂ, ਉਸ ਤੋਂ ਇਹ ਬਾਅਦ ਕਿੰਨਾ ਰੱਖਿਆ ਰਾਜਾ ਮਹਾਰਾਜਾ ਕਰਮ ਸਿੰਘ ਨੇ। ਮਹਾਰਾਜਾ ਕਰਮ ਸਿੰਘ ਨੇ ਹਾਂਜੀ ਰੱਖਿਆ। ਹਾਂ। ਇਹ ਕਿੰਨੇ ਟਾਈਮ ਬਾਅਦ ਰੱਖਿਆ ਜੀ ਇਹ ਮਹਾਰਾਜ ਜੀ 1675 ਵਿੱਚ ਆਏ, ਤਕਰੀਬਨ 200 ਸਾਲ ਬਾਅਦ। 200 ਸਾਲ ਬਾਅਦ ਨਾਮ ਚੇਂਜ ਹੋਇਆ। ਮਹਾਰਾਜਾ ਕਰਮ ਸਿੰਘ ਦਾ ਜਿਹੜਾ ਕਾਲ ਹੈ, ਸ਼ਾਸਨ ਕਾਲ ਦੇ ਦੌਰਾਨ 1874 ਈਸਵੀ ਦੇ ਵਿੱਚ ਤਕਰੀਬਨ ਮਹਾਰਾਜਾ ਕਰਮ ਸਿੰਘ ਨੇ ਅਸਥਾਨ ਬਣਾਏ ਮਹਾਰਾਜ ਜੀਆਂ ਦੇ। ਅੱਛਾ ਜੀ। ਔਰ ਇਸ ਅਸਥਾਨ ਦਾ ਜਿਹੜਾ ਸੈਫਾਬਾਦ ਤੋਂ ਬਦਲ ਕਰਕੇ ਨਾਮ ਜਿਹੜਾ ਸੀ ਉਹ ਗੁਰੂ ਤੇਗ ਬਹਾਦਰ ਗੜ੍ਹ ਰੱਖਿਆ ਗਿਆ ਪਹਿਲਾਂ। ਅੱਛਾ ਜੀ। ਉਦੋਂ ਇਸ ਕਰ ਇਹ ਨਾਮ ਪਹਿਲਾਂ ਪ੍ਰਸਿੱਧ ਹੁੰਦਾ ਸੀ, ਫਿਰ ਬਾਅਦ ਦੇ ਵਿੱਚ ਬਹਾਦਰਗੜ੍ਹ ਪ੍ਰਸਿੱਧ ਹੋ ਗਿਆ। ਹੌਲੀ ਹੌਲੀ ਪਰਿਵਰਤਨ ਹੁੰਦਾ ਰਿਹਾ। ਠੀਕ ਹੈ ਜੀ। ਇੱਕ ਬਾਬਾ ਜੀ ਤੁਸੀਂ ਆਪਾਂ ਜੋ ਪਹਿਲਾਂ ਜ਼ਿਕਰ ਕਰ ਰਹੇ ਸੀਗੇ, ਜਿਵੇਂ ਇੱਥੋਂ ਗੋਲੀਆਂ ਚਲਾਉਂਦੇ ਹੁੰਦੇ ਸੀ, ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀਗਾ ਵੀ ਹਾਂਜੀ ਹਾਂ। ਕਿਲੇ ਤੋਂ ਉਸ ਵੱਲ ਗੋਲੀ ਚਲਾਉਂਦੇ ਸੀ, ਹਾਂਜੀ ਉਸ ਵੱਲ ਗੋਲੀ ਦਾ ਨਿਸ਼ਾਨਾ ਨਹੀਂ ਲੱਗਦਾ ਸੀ। ਹਾਂਜੀ। ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ, ਉਹ ਕੀ ਹੈ? ਮਹਾਰਾਜਾ ਅਮਰ ਸਿੰਘ ਦੇ ਵੇਲੇ ਜਦੋਂ ਦੇਖਿਆ ਉਹਨਾਂ ਨੇ, ਜਦੋਂ ਫੌਜ ਕਿਲਾ ਤਿਆਰ ਹੋ ਰਿਹਾ ਸੀ ਜੀ, ਤੇ ਇਹ ਅਸਥਾਨ ਦੀ ਜਿਹੜੀ ਚੋਣ ਕੀਤੀ। ਇਹ ਅਸਥਾਨ ਜਿਹੜਾ ਹੈ ਬਹੁਤ ਸ਼ਕਤੀਸ਼ਾਲੀ ਅਸਥਾਨ ਮੰਨਿਆ ਜਾਂਦਾ ਹੈ ਜੀ। ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ, ਸੈਫ ਖਾਨ ਦੇ ਨਾਲ ਜਦੋਂ ਮਹਾਰਾਜ ਜੀਆਂ ਦੀ ਮੁਲਾਕਾਤ ਹੋਈ, ਘਰ ਵਿੱਚ ਆਏ, ਜੀ। ਸੈਫ ਖਾਨ ਨੂੰ ਪੁੱਛਿਆ ਵੀ ਤੂੰ ਇਹੀ ਜਿਹੜੀ ਜਗ੍ਹਾ ਹੈ ਕਿਉਂ ਚੁਣੀ ਇੱਥੇ ਰਹਿਣ ਵਾਸਤੇ? ਸੈਫ ਖਾਨ ਕਹਿਣ ਲੱਗਿਆ ਮਹਾਰਾਜ ਵੀ ਜਦੋਂ ਮੈਂ ਇੱਥੇ ਆਇਆ ਇਸ ਸਥਾਨ ਤੇ, ਉਦੋਂ ਦੇਖਿਆ ਵੀ ਇੱਕ ਭੇਡ ਜਿਹੜੀ ਆ ਉਹ ਸੂਈ ਹੋਈ ਹੈ ਔਰ ਭੇਡ ਦੇ 2 ਛੇਲੇ ਉਹਦੇ ਕੋਲ ਜਿਹੜੇ ਨੇ ਖੜੇ ਨੇ ਜੀ, ਤੇ ਸ਼ੇਰ ਜਿਹੜਾ ਹੈ ਉਹ ਭੇਡ ਦੇ ਛੇਲਿਆਂ ਨੂੰ ਜਿਹੜਾ ਹੈ ਉਹ ਚੁੱਕਣਾ ਚਾਹੁੰਦਾ ਹੈ। ਅੱਛਾ ਜੀ। ਤੇ ਭੇਡ ਜਿਹੜੀ ਆ ਉਹ ਸ਼ੇਰ ਦਾ ਮੁਕਾਬਲਾ ਕਰ ਰਹੀ ਹੈ। ਅੱਛਾ ਜੀ। ਹਾਂਜੀ ਹਾਂ। ਸੈਫ ਖਾਨ ਨੇ ਮਹਾਰਾਜ ਜੀਆਂ ਨੂੰ ਦੱਸਿਆ, ਅੱਛਾ ਜੀ, ਕਹਿੰਦੇ ਵੀ ਜਿਹੜੀ ਭੇਡ ਹੈ ਉਹ ਸ਼ੇਰ ਦਾ ਮੁਕਾਬਲਾ ਕਰ ਰਹੀ, ਵੀ ਸ਼ੇਰ ਨੂੰ ਡਰਾ ਰਹੀ ਹੈ। ਅੱਛਾ ਜੀ। ਮੈਂ ਆਖਿਆ ਵੀ ਇਹ ਜਗ੍ਹਾ ਜਿਹੜੀ ਆ ਵੀ ਬਹੁਤ ਸ਼ਕਤੀਸ਼ਾਲੀ ਹੈ, ਕਿਉਂ ਨਾ ਵੀ ਫਿਰ ਇੱਥੇ ਘਰ ਬਣਾਇਆ ਜਾਏ। ਫਿਰ ਸੈਫ ਖਾਨ ਨੇ ਇੱਥੇ ਘਰ ਬਣਾਇਆ। ਫਿਰ ਜਦੋਂ ਮਹਾਰਾਜਾ ਕਰਮ ਸਿੰਘ ਨੇ ਕਿਲ੍ਹਾ ਤਿਆਰ ਕਰਨਾ ਸ਼ੁਰੂ ਕੀਤਾ ਹੈ ਜੀ, ਉਹ ਦੇਖਿਆ ਵੀ ਫੌਜ ਜਿਹੜੀ ਸੀ ਉਹਦੀ ਵੀ ਨਿਸ਼ਾਨੇ ਲਾਉਂਦੀ। ਜਦੋਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਸਥਾਨ ਆ, ਉੱਧਰਲੇ ਪਾਸੇ ਬਾਂਸ ਉੱਚੇ ਗੱਡ ਕਰਕੇ ਉੱਪਰ ਉਹਨਾਂ ਦੇ ਮਟਕੀਆਂ ਰੱਖ ਕੇ ਨਿਸ਼ਾਨੇ ਲਾਉਣੇ ਜੀ। ਉਸ ਪਾਸੇ ਨੂੰ ਜਦੋਂ ਫੌਜ ਨਿਸ਼ਾਨਾ ਲਾਉਂਦੀ ਆ, ਨਿਸ਼ਾਨਾ ਨਹੀਂ ਸੀ ਲੱਗਦਾ।
ਅੱਛਾ ਤੇ ਜੀ ਦੂਸਰੀ ਦਿਸ਼ਾ ਵੱਲ ਜਦੋਂ ਉਹਨਾਂ ਨੇ ਬਾਂਸ ਖੜੇ ਕਰਕੇ ਨਿਸ਼ਾਨੇ ਲਾਏ ਫਿਰ ਉਧਰਲੇ ਪਾਸੇ ਲੱਗ ਗਏ। ਅੱਛਾ ਜੀ ਉਹਨਾਂ ਨੇ ਆਖਿਆ ਵੀ ਇਹ ਵੀ ਜਗ੍ਹਾ ਜਿਹੜੀ ਹੈ ਵੀ ਬਹੁਤ ਸ਼ਕਤੀਸ਼ਾਲੀ ਹੈ, ਹਾਂਜੀ ਹਾਂਜੀ ਕਿਉਂਕਿ ਉਸ ਵੇਲੇ ਜਗ੍ਹਾ ਜਿਹੜੀ ਸੀ ਕਿਉਂਕਿ ਕੇਵਲ ਥੜਾ ਹੀ ਬਣਿਆ ਹੋਈ ਜਾਂ ਖੂਹੀ ਜੀ, ਸੀ। ਜੀ। ਹੌਲੀ ਹੌਲੀ ਫਿਰ ਜਗ੍ਹਾ ਜਿਹੜੀ ਹੈ ਇਹ ਪ੍ਰਗਟ ਹੋਈ ਔਰ ਉਸ ਸਥਾਨ ਤੇ ਫਿਰ ਮਹਾਰਾਜਿਆਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬਾਨ ਸੁਭਾਇਮਾਨ ਹੋਏ। ਅੱਛਾ ਜੀ ਮਹਾਰਾਜਾ ਕਰਮ ਸਿੰਘ ਨੇ ਸੇਵਾ ਕਰਵਾਈ। ਠੀਕ ਹੈ ਜੀ। ਇੱਕ ਬਾਬਾ ਜੀ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ, ਜਿਹੜੀ ਅੰਦਰ ਮਨਮਤ ਆਪਾਂ ਗੱਲ ਕਰ ਰਹੇ ਸੀਗੇ ਵੀ ਲੋਕ ਮਸੀਤ ਸਮਝ ਕੇ ਹੀ ਮੱਥਾ ਟੇਕ ਰਹੇ ਸੀ ਪਹਿਲਾਂ, ਹਾਂਜੀ ਹਾਂ, ਉਹਦੇ ਬਾਰੇ ਕੀ ਸੱਚਾਈ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਇੱਥੇ ਪਹਿਲਾਂ ਜਿਵੇਂ ਬਾਬਾ ਦੁੱਧਾ ਧਾਰੀ ਜੀ ਰਹਿੰਦੇ ਹੁੰਦੇ ਸੀ। ਇਹ ਜਿਹੜਾ ਜੀ। ਹੁਣ ਬਹੁਤ ਸੁੰਦਰ ਹੁਣ ਤਾਂ ਇਮਾਰਤ ਬਣੀ ਹੋਈ ਹੈ, ਇਹ ਵੀ ਮਹਾਰਾਜਾ ਕਰਮ ਸਿੰਘ ਨੇ ਉਦੋਂ ਇਮਾਰਤ ਬਣਾਈ ਸੀ। ਜੀ ਤੇ ਉਦੋਂ ਬਾਬਾ ਦੁੱਧਾ ਧਾਰੀ ਜੀ ਇਸ ਸਥਾਨ 'ਤੇ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਦਰ ਘਰ ਦੀ ਸੇਵਾ ਕਰਦਿਆਂ ਜੀ ਉਹਨਾਂ ਨੇ ਆਪਣਾ ਜਿਹੜਾ ਸਰੀਰ ਸੀ ਇੱਥੇ ਹੀ ਤਿਆਗਿਆ ਜੀ ਔਰ ਉਹਨਾਂ ਦੀ ਯਾਦ ਦੇ ਵਿੱਚ ਇਹ ਸਥਾਨ ਬਣਿਆ। ਉਹਨਾਂ ਦੀ ਕਬਰ ਜਿਹੜੀ ਸੀ ਉਹ ਥੱਲੇ ਹੀ ਬਣਾ ਦਿੱਤੀ ਗਈ ਅੱਛਾ ਜੀ ਤੇ ਉਸ ਕਬਰ ਨੂੰ ਉਹ ਕਬਰ ਸਮਝਦਿਆਂ ਹੋਇਆਂ ਸਥਾਨ ਤਾਂ ਉਹ ਬਾਬਾ ਦੁੱਧਾ ਧਾਰੀ ਦਾ ਸੀ। ਜੀ ਦੁਨੀਆ ਨੇ ਕਿਸੇ ਨੇ ਆਖਿਆ ਵੀ ਇਹ ਸ਼ਾਇਦ ਸੈਫਦੀਨ ਦੀ ਕਬਰ ਬਣੀ ਹੋਈ ਹੈ। ਅੱਛਾ ਜੀ ਤੋ ਪੀਰ ਦੀ ਜਗ੍ਹਾ ਜਾਣਦਿਆਂ ਫਿਰ ਉਹਦੇ ਤੇ ਤੇਲ ਦੇ ਦੀਵੇ ਲਾਉਣੇ ਅੱਛਾ ਜਾਂ ਜੀ ਫਿਰ ਹਰੇ ਵਸਤਰ ਜਿਹੜੇ ਨੇ ਪੀਰ ਦੀ ਜਗ੍ਹਾ ਤੇ ਚੜਾਏ ਜਾਂਦੇ ਨੇ ਉਹ ਜੀ। ਚੜਾਉਣੇ। ਜੀ ਪਹਿਲਾਂ ਖੁੱਲਾ ਹੀ ਹੁੰਦਾ ਸੀ, ਸਾਰਾ ਓਪਨ ਹੀ ਸੀ। ਜੀ, ਜੀ। ਇੱਥੇ ਪ੍ਰਾਇਮਰੀ ਸਕੂਲ ਵੀ ਸੀਗਾ ਪਹਿਲਾਂ, ਠੀਕ ਹੈ ਜੀ ਇੱਥੇ ਕਲਾਸਾਂ ਵੀ ਲੱਗਦੀਆਂ ਸੀ ਪ੍ਰਾਇਮਰੀ ਦੀਆਂ। ਠੀਕ ਹੈ ਤੇ ਜੀ ਫਿਰ ਇੱਥੇ ਲੋਕ ਆ ਕੇ ਤੇਲ ਆਦ ਵੀਰਵਾਰ ਵਾਲੇ ਦਿਨ ਚੜਾ ਜਾਂਦੇ ਸੀ। ਫਿਰ ਉਹ ਸਾਰੀ ਮਨਮਤ ਖਤਮ ਕਰਕੇ ਬੜੀ ਸੁੰਦਰ ਦਿੱਖ ਦੇ ਕਰਕੇ ਉਸ ਜਗ੍ਹਾ ਨੂੰ ਉੱਥੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਕੀਤਾ ਗਿਆ। ਅੱਜ ਤੋਂ ਤਕਰੀਬਨ 10 ਕੁ ਸਾਲ ਪਹਿਲਾਂ ਠੀਕ ਹੈ ਜੀ ਇਹ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ। ਹੁਣ ਸੰਗਤ ਆਉਂਦੀ ਹੈ, ਦਰਸ਼ਨ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਮੱਥਾ ਟੇਕਦੀ ਹੈ। ਜੀ। ਹੋਰ ਬਾਬਾ ਜੀ ਕੋਈ ਇਤਿਹਾਸਕ ਦਿਹਾੜੇ ਕਿਹੜੇ ਮਨਾਏ ਜਾਂਦੇ ਨੇ ਇੱਥੇ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ? ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਆਗਮਨ ਪੁਰਬ ਜਿਹੜਾ ਹੈ, ਜਦੋਂ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ 11 ਹਾੜ ਨੂੰ ਅਨੰਦਪੁਰ ਸਾਹਿਬ ਤੋਂ ਚੱਲਦੇ ਆ, 16 ਹਾੜ ਨੂੰ ਸਤਿਗੁਰੂ ਜੀ ਇਸ ਸਥਾਨ ਤੇ ਪਹੁੰਚਦੇ। ਜੀ 16 ਹਾੜ ਦਾ ਜਿਹੜਾ ਮਹਾਰਾਜ ਜੀਆਂ ਦੇ ਆਉਣ ਦਾ ਦਿਨ ਹੈ, ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾਇਆ ਜਾਂਦਾ। ਇੱਕ ਦਿਨ ਪਹਿਲਾਂ ਵਿਸ਼ਾਲ ਨਗਰ ਕੀਰਤਨ ਜਿਹੜਾ ਆਰੰਭ ਹੁੰਦਾ ਹੈ ਜੀ ਇਲਾਕੇ ਦੇ ਵਿੱਚੋਂ ਦੀ ਹੁੰਦਾ ਹੋਇਆ ਬਹਾਦਰਗੜ੍ਹ ਵਿਖੇ ਜੀ ਔਰ ਨਾਲ ਦੀਆਂ ਕਲੋਨੀਆਂ ਵਿੱਚੋਂ ਦੀ ਹੋ ਕੇ ਫਿਰ ਸਮਾਪਤੀ ਗੁਰਦੁਆਰਾ ਸਾਹਿਬ ਹੀ ਹੁੰਦੀ ਹੈ। ਜੀ ਅਗਲੇ ਦਿਨ ਫਿਰ ਕੀਰਤਨ ਦਰਬਾਰ ਸਜਦਾ ਹੈ। ਦੂਰੋਂ ਦੂਰੋਂ ਆ ਕੇ ਰਾਗੀ ਢਾਡੀ ਗੁਰੂ ਘਰ ਦੇ ਕੀਰਤਨੀਏ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਦੇ ਨੇ। ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਆ ਕੇ ਮਹਾਰਾਜ ਜੀਆਂ ਦੇ ਦਰ ਘਰ ਦੀ ਸੇਵਾ ਕਰਦੀਆਂ, ਖੁਸ਼ੀਆਂ ਲੈਂਦੀਆਂ। ਠੀਕ ਹੈ ਜੀ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਵਿਸਾਖੀ ਦਾ ਦਿਹਾੜਾ, ਉਹ ਵੀ ਇਸ ਸਥਾਨ ਤੇ ਬੜੇ ਪੁਰਾਣੇ ਸਮੇਂ ਤੋਂ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ। ਠੀਕ ਹੈ ਜੀ ਪਹਿਲਾਂ ਪੁਰਾਤਨ ਜਿਹੜੇ ਬਜ਼ੁਰਗ ਨੇ ਉਹ ਕਹਿੰਦੇ ਹੁੰਦੇ ਸੀ ਵੀ ਇਹਨੂੰ ਮੇਖ ਦਾ ਦਿਹਾੜਾ ਮੰਨਿਆ ਜਾਂਦਾ ਸੀ। ਅੱਛਾ ਜੀ ਵੀ ਵਿਸਾਖੀ ਆਈ ਨੂੰ ਜੀ? ਮੇਖ, ਹਾਂਜੀ ਵਿਸਾਖੀ ਜੀ। ਨੂੰ ਮੇਖ ਕਹਿੰਦੇ ਹੁੰਦੇ ਸੀ ਅੱਛਾ ਜੀ ਵੀ ਆਈ ਮੇਖ ਜੱਟਾ ਕੱਚੀ ਪੱਕੀ ਨਾ ਵੇਖ। ਅੱਛਾ ਜੀ ਤੇ ਵੀ ਹੁਣ ਮੇਖ ਆ ਗਈ, ਮੇਖ ਦਾ ਦਿਹਾੜਾ ਇੱਥੇ ਦੂਰੋਂ ਦੂਰੋਂ ਆ ਕੇ ਸੰਗਤਾਂ ਲੰਗਰ ਲਾਉਂਦੀਆਂ। ਤੇ ਅੱਜ ਵੀ ਵਿਸਾਖੀ ਦਾ ਦਿਹਾੜਾ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮਨਾਇਆ ਜਾਂਦਾ। ਅੰਮ੍ਰਿਤ ਸੰਚਾਰ ਵੀ ਹੁੰਦਾ ਹੈ, ਜੀ 2 ਦਿਨ ਦਾ ਸਮਾਗਮ ਹੁੰਦਾ ਹੈ ਔਰ ਸੰਗਤਾਂ ਵੱਡੇ ਪੱਧਰ ਤੇ ਆ ਕੇ ਮਹਾਰਾਜ ਜੀਆਂ ਦੇ ਅਸਥਾਨ ਦੇ ਦਰਸ਼ਨ ਕਰਦੀਆਂ। ਅੱਛਾ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਜਾਣੂ ਕਰਾਇਆ ਬਹਾਦਰਗੜ੍ਹ ਦੇ ਇਤਿਹਾਸ ਬਾਰੇ ਕਿ ਬਹਾਦਰਗੜ੍ਹ ਨਾਮ ਦੇ ਪਿੱਛੇ ਕੀ ਇਤਿਹਾਸ ਹੈ। ਐਵੇਂ ਦੀ ਵੀਡੀਓ ਬਣਾਉਣ ਦਾ ਸਾਡਾ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਨਾਮ ਤਾਂ ਪਤਾ ਨੇ, ਪਰ ਉਹਨਾਂ ਦੇ ਪਿੱਛੇ ਕੀ ਇਤਿਹਾਸ ਹੈ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਐਦਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਇਤਿਹਾਸ ਪਿੰਡਾਂ ਤੇ ਸ਼ਹਿਰਾਂ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਕਿਸੇ ਨਵੇਂ ਪਿੰਡ, ਨਵੇਂ ਸ਼ਹਿਰ, ਨਵੇਂ ਇਤਿਹਾਸ ਨਾਲ। ਸਤਿ ਸ਼੍ਰੀ ਅਕਾਲ।